ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਖੁਸ਼ਖਬਰੀ ਇੱਕ ਬਹੁਤ ਹੀ ਵਧੀਆ ਸੁਨਹਿਰੀ ਮੌਕਾ PSSB यानी कि पंजाब सब ऑर्डिनेट सर्विस सिलेक्शन बोर्ड अधीन सेवावां चोन बोर्ड पंजाब ने अपना क्लैरिकल का रिक्रूटमेंट जोड़ा है वो रिलीज़ कर दिता है। रिक्रूटमेंट नोटिफिकेशन आ चुके हैं। 2374 क्लर्क की रिक्रूटमेंट इतने पहले बहुत टाइम तो अनाउंस की हुई सी सरकार ने कि 2374 ਇੱਥੇ ਵੈਕੈਂਸੀਆਂ ਆਣਗੀਆਂ ਕਲੈਰੀਕਲ ਦੀਆਂ, ਤਾਂ ਉਹਨਾਂ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਹੈ PSSB ਨੇ ਰਿਲੀਜ਼ ਕਰ ਦਿੱਤਾ ਹੈ। ਆਪਾਂ ਜਾਣਾਂਗੇ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਐਲੀਜੀਬਿਲਿਟੀ ਕ੍ਰਾਈਟੇਰੀਆ, ਕੀ ਸਿਲੈਕਸ਼ਨ ਪ੍ਰੋਸੈਸ ਹੈ, ਸਾਰਾ ਨੋਟੀਫਿਕੇਸ਼ਨ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਧਿਆਨ, ਕਿਉਂਕਿ ਕਾਫੀ ਸਾਰੇ ਜਦੋਂ ਤੁਸੀਂ PSSB ਦੀ ਵੈਬਸਾਈਟ ਖੋਲਦੇ ਹੋ ਤਾਂ ਬਹੁਤ ਸਾਰੇ ਨੋਟੀਫਿਕੇਸ਼ਨ ਆਏ ਹੁੰਦੇ ਨੇ, ਤਾਂ ਇੱਕ ਚੀਜ਼ ਧਿਆਨ ਰੱਖਿਓ, ਜਿਹੜਾ ਕਲੈਰੀਕਲ ਦਾ ਇਹ ਰਿਕਰੂਟਮੈਂਟ ਆਇਆ ਇਹਦੇ ਵਿੱਚ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਜਿਹੜਾ ਇਹ ਹੈਗਾ, ਠੀਕ ਹੈ, ਮੈਂ ਤੁਹਾਨੂੰ ਦੱਸ ਦੇਣਾ, ਦੈਟ ਇਜ਼ ਦਾ 17 ਆਫ 2021 17 ਨੰਬਰ ਇਸ਼ਤਿਹਾਰ ਹੈਗਾ 2021 ਦਾ। ਇਸ ਦੇ ਅੰਦਰ ਜਿਹੜੀਆਂ ਟੋਟਲ ਨੰਬਰ ਆਫ ਵੈਕੈਂਸੀਜ਼ ਨੇ ਉਹ 2374 ਵੈਕੈਂਸੀਆਂ ਇੱਥੇ ਕੱਢੀਆਂ ਗਈਆਂ ਨੇ PSSB ਦੇ ਦੁਆਰਾ। ਤਾਂ ਫਟਾਫਟ ਦੇਖਦੇ ਹਾਂ ਨੋਟੀਫਿਕੇਸ਼ਨ ਦੇ ਅੰਦਰ ਕੀ ਕਿਸ ਕੈਟੇਗਰੀ ਦੀ ਕਿੰਨੀ ਵੈਕੈਂਸੀ ਨੇ, ਕੀ ਸਿਲੈਕਸ਼ਨ ਪ੍ਰੋਸੈਸ ਰਹਿਣ ਵਾਲਾ ਹੈਗਾ ਇੱਥੇ। ਤਾਂ PSSB ਦਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਫੋਰ ਦਾ ਕਲੈਰੀਕਲ। ਇਸ ਦੇ ਨਾਲ IT ਦਾ ਨੋਟੀਫਿਕੇਸ਼ਨ ਵੀ ਆ ਚੁੱਕਿਆ ਹੈਗਾ, ਤੇ ਅਕਾਊਂਟਸ, ਕਲੈਰੀਕਲ ਅਕਾਊਂਟਸ ਤੇ ਕਲਰਕ IT ਦਾ ਨੋਟੀਫਿਕੇਸ਼ਨ ਵੀ ਆਇਆ ਹੈ। ਉਹ ਆਪਾਂ ਸੈਕਿੰਡ ਵੀਡੀਓ ਦੇ ਵਿੱਚ ਅਲੱਗ ਤੋਂ ਡਿਸਕਸ ਕਰਾਂਗੇ। ਇਸ ਦੇ ਵਿੱਚ ਆਪਾਂ ਸਿਰਫ ਜਨਰਲ ਕਲਰਕ ਦੀ ਗੱਲ ਕਰਾਂਗੇ, ਜਨਰਲ ਕਲਰਕ ਦੀ। ਚਲੋ ਜੀ ਅੱਗੇ ਚੱਲਦੇ ਹਾਂ, ਦੇਖਦੇ ਹਾਂ ਨੋਟੀਫਿਕੇਸ਼ਨ ਨੂੰ। ਠੀਕ ਹੈ ਜੀ, ਬੇਸਿਕਲੀ ਇਹ ਪੇਜ ਨੰਬਰ ਦਿੱਤੇ ਹੋਏ ਨੇ, ਕਿਹੜੇ ਪੇਜ ਤੇ ਕੀ ਦਿੱਤਾ ਹੋਇਆ ਤਾਂ ਇਸ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈ। ਠੀਕ ਹੈ ਜੀ, ਆਪਾਂ ਆ ਗਏ ਫਸਟ ਪੇਜ ਤੇ, ਦੈਟ ਇਜ਼ ਦਾ ਇਸ਼ਤਿਹਾਰ ਨੰਬਰ 17 ਆਫ 2021। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀਆਂ ਨੇ ਇੰਪੋਰਟੈਂਟ ਡੇਟਸ, ਠੀਕ ਹੈ, ਮਿਤੀਆਂ। ਤਾਂ ਬੇਸਿਕਲੀ ਐਡਵਰਟਾਈਜ਼ਮੈਂਟ ਜਿਹੜਾ ਹੈ ਅੱਜ ਹੀ ਸਟਾਰਟ ਹੋਇਆ, ਅੱਜ ਹੀ ਪਬਲਿਸ਼ ਹੋਇਆ 23/10/2021, ਅੱਜ ਦੀ ਤਰੀਕ, ਅੱਜ ਤੋਂ ਹੀ ਸਟਾਰਟ ਹੋ ਚੁੱਕਿਆ। ਆਨਲਾਈਨ ਭਰਤੀ ਹੈ। ਆਨਲਾਈਨ ਭਰਤੀ ਮਤਲਬ ਆਨਲਾਈਨ ਅਪਲਾਈ ਕਰਨਾ, ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ 23 ਤਰੀਕ ਤੋਂ, ਯਾਨੀ ਕਿ ਅੱਜ ਤੋਂ। ਹੁਣੇ ਤੁਸੀਂ ਵੈਬਸਾਈਟ ਤੇ ਜਾ ਕੇ ਭਰ ਸਕਦੇ ਹੋ ਫਾਰਮ। ਕਦੋਂ ਤੱਕ ਅਪਲਾਈ ਕਰ ਸਕਦੇ ਹੋ? ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ 18 ਨਵੰਬਰ 2021। 23 ਅਕਤੂਬਰ ਤੋਂ ਲੈ ਕੇ 18 ਨਵੰਬਰ 2021 ਸ਼ਾਮੀ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਫੀਸ ਭਰਨ ਦੀ ਲਾਸਟ ਡੇਟ ਕਦੋਂ ਹੈ? ਤੁਹਾਨੂੰ ਪਤਾ ਜਦੋਂ ਵੀ ਕੋਈ ਐਡਵਰਟਾਈਜ਼ਮੈਂਟ ਆਉਂਦਾ, ਫਾਰਮ ਫਿਲ ਕਰਦੇ ਆ ਤਾਂ ਉਸ ਲਈ ਫੀਸ ਵੀ ਪੇ ਕਰਨੀ ਪੈਂਦੀ ਹੈ। ਅਲੱਗ-ਅਲੱਗ ਕੈਟੇਗਰੀ ਨੂੰ ਅਲੱਗ-ਅਲੱਗ, ਜਨਰਲ ਵਾਸਤੇ ਜਿਵੇਂ PSSB ਹੈ ਤਾਂ 1000 ਰੁਪਏ ਫੀਸ ਹੁੰਦੀ ਹੈ, ਆਪਾਂ ਬਾਕੀ ਦੇਖ ਲਾਂਗੇ ਲਾਸਟ ਤੇ। ਤਾਂ ਫੀਸ ਭਰਨ ਦੀ ਲਾਸਟ ਡੇਟ ਹੈਗੀ ਹੈ 23 ਨਵੰਬਰ, ਯਾਨੀ ਕਿ 5 ਦਿਨ ਹੋਰ ਮਿਲੇ ਹੋਏ ਨੇ, 5 ਦਿਨ ਹੋਰ ਮਿਲੇ ਹੋਏ ਨੇ ਫੀਸ ਭਰਨ ਵਾਸਤੇ। ਅੱਗੇ ਚੱਲਦੇ ਹਾਂ। ਤਾਂ ਬੇਸਿਕਲੀ 2374 ਕਲਰਕ ਦੀਆਂ ਵੈਕੈਂਸੀਆਂ ਇੱਥੇ ਆਪਾਂ ਇਹਨਾਂ ਦੀ ਗੱਲ ਕਰ ਚੁੱਕੇ ਆਲਰੇਡੀ। ਠੀਕ ਹੈ ਜੀ, ਤਾਂ ਬੇਸਿਕਲੀ ਕੈਟੇਗਰੀ ਵਾਈਜ਼ ਡਿਸਟ੍ਰੀਬਿਊਸ਼ਨ ਤੁਸੀਂ ਇੱਥੇ ਦੇਖ ਸਕਦੇ ਹੋ, ਇੱਥੇ ਦਿੱਤਾ ਹੋਇਆ ਕੈਟੇਗਰੀ ਵਾਈਜ਼ ਡਿਸਟ੍ਰੀਬਿਊਸ਼ਨ। ਠੀਕ ਹੈ ਜੀ, ਜਨਰਲ ਦਾ, SC ਦਾ, BC ਦਾ, ਐਕਸ ਸਰਵਿਸਮੈਨ ਦਾ, ਇੱਥੇ ਮੇਲ ਹੋ ਗਿਆ, ਵੂਮਨ ਹੋ ਗਈ, ਠੀਕ ਹੈ, ਸਾਰਾ ਇੱਥੇ ਦਿੱਤਾ ਹੋਇਆ। ਤੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਹੈਗੀਆਂ ਨੇ, ਕਿਹੜੇ ਡਿਪਾਰਟਮੈਂਟ ਦੇ ਵਿੱਚ ਹੈਗੀਆਂ ਨੇ, ਨੇਮ ਆਫ ਡਿਪਾਰਟਮੈਂਟ ਵੀ ਇੱਥੇ ਦਿੱਤਾ ਹੋਇਆ। ਠੀਕ ਹੈ ਜੀ, ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਇੱਥੇ ਹੈਗੀਆਂ ਨੇ। ਠੀਕ ਹੈ ਜੀ, ਤੁਸੀਂ ਇੱਥੇ ਦੇਖ ਸਕਦੇ ਹੋ ਸਾਰੇ ਡਿਪਾਰਟਮੈਂਟ ਇੱਥੇ ਡਿਫਾਈਨ ਕੀਤੇ ਹੋਏ ਨੇ। ਟੋਟਲ ਤੁਸੀਂ ਦੇਖ ਸਕਦੇ ਹੋ ਕਿੰਨੇ ਡਿਪਾਰਟਮੈਂਟ, ਟੋਟਲ ਆਪਾਂ ਡਿਪਾਰਟਮੈਂਟ ਦੇਖ ਲੈਣੇ ਕਿੰਨੇ ਡਿਪਾਰਟਮੈਂਟ ਦੇ ਵਿੱਚ ਇੱਥੇ ਵੈਕੈਂਸੀ ਆਈਆਂ ਹੋਈਆਂ। ਠੀਕ ਹੈ, ਦੇਖੋ ਤੁਸੀਂ ਚੱਲਦਾ ਜਾ ਰਿਹਾ ਹਾਲੇ ਤੱਕ। ਟੋਟਲ ਇੱਥੇ 46 ਡਿਪਾਰਟਮੈਂਟ ਦੇ ਵਿੱਚ, ਪੰਜਾਬ ਸਰਕਾਰ ਦੇ 46 ਡਿਪਾਰਟਮੈਂਟਾਂ ਦੇ ਵਿੱਚ 2374 ਵੈਕੈਂਸੀਆਂ ਕਲੈਰੀਕਲ ਦੀਆਂ ਇੱਥੇ ਆਈਆਂ ਨੇ, ਜਨਰਲ ਕਲਰਕ ਦੀਆਂ। ਠੀਕ ਹੈ, ਅਗਰ ਮੈਂ ਜਨਰਲ ਵਰਗ ਦੀ ਗੱਲ ਕਰਾਂ, ਜਨਰਲ ਕੈਟੇਗਰੀ ਦੀ ਗੱਲ ਕਰਾਂ, ਤਾਂ ਉੱਥੇ ਜਨਰਲ ਕੈਟੇਗਰੀ ਦੇ ਜਿਹੜੇ ਬੇਸਿਕਲੀ ਐਸਪੀਰੈਂਟਸ ਨੇ ਉਹ ਥੋੜੇ ਨਿਰਾਸ਼ ਵੀ ਹੋ ਸਕਦੇ ਨੇ, ਕਿਉਂਕਿ 2374 ਦੇ ਵਿੱਚੋਂ ਜਨਰਲ ਮੇਲ ਕੈਂਡੀਡੇਟਸ ਨੂੰ ਮਿਲੀਆਂ ਸਿਰਫ 344। ਠੀਕ ਹੈ, 344, ਬਾਕੀ ਡਿਫਰੈਂਟ ਕੈਟੇਗਰੀਜ਼ ਨੂੰ ਇੱਥੇ ਵੈਕੈਂਸੀਆਂ ਇੱਥੇ ਜਿਨ੍ਹਾਂ ਦੀ ਆਈਆਂ ਉਹ ਇੱਥੇ ਡਿਫਾਈਨ ਕੀਤੀਆਂ ਗਈਆਂ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਨੋਟੀਫਿਕੇਸ਼ਨ ਕਾਫੀ ਵੱਡਾ ਹੈਗਾ ਸਾਡੇ ਕੋਲ, ਅੱਗੇ ਚੱਲਦੇ ਹਾਂ, ਅੱਗੇ ਦੇਖਦੇ ਹਾਂ। ਠੀਕ ਹੈ ਜੀ, ਤਾਂ ਬੇਸਿਕਲੀ ਪੂਰਾ ਕੈਟੇਗਰੀ ਵਾਈਜ਼ ਇੱਥੇ ਡਿਫਾਈਨ ਕੀਤਾ ਹੋਇਆ ਕਿੰਨੀਆਂ ਵੈਕੈਂਸੀਆਂ ਇੱਥੇ ਰਿਲੀਜ਼ ਕੀਤੀਆਂ ਗਈਆਂ ਨੇ। ਠੀਕ ਹੈ, ਕੈਟੇਗਰੀ ਕੋਡਸ ਇੱਥੇ ਦਿੱਤੇ ਗਏ ਨੇ। ਜਦੋਂ ਤੁਸੀਂ ਫਾਰਮ ਫਿਲ ਕਰੋਗੇ ਤਾਂ ਤੁਹਾਨੂੰ ਆਪਣਾ ਕੈਟੇਗਰੀ ਕੋਡ ਉੱਥੇ ਮਤਲਬ ਕਨਫਰਮ ਕਰ ਲੈਣਾ। ਹਾਲਾਂਕਿ ਤੁਸੀਂ ਜਦੋਂ ਜਨਰਲ ਕੈਟੇਗਰੀ ਭਰਦੇ ਹੋ, ਆਪਣੇ ਜਿਹੜੀ ਵੀ ਤੁਹਾਡੀ ਕੈਟੇਗਰੀ ਹੋਊਗੀ ਤੁਸੀਂ ਫਿਲ ਕਰ ਦਿਓ ਤਾਂ ਉਹ ਕੈਟੇਗਰੀ ਉੱਥੇ ਆ ਜਾਂਦੀ ਹੈ, ਆਪਣੇ ਆਪ ਹੀ ਕੋਡ ਆ ਜਾਂਦਾ। ਬਟ ਫਿਰ ਵੀ ਤੁਸੀਂ ਮੈਚ ਕਰ ਸਕਦੇ ਹੋ, ਤੁਹਾਡਾ ਕੈਟੇਗਰੀ ਕੋਡ ਇੱਥੇ ਡਿਫਾਈਨ ਕੀਤਾ ਹੋਇਆ ਜਿਹੜੇ ਵੀ ਤੁਹਾਡੀ ਕੈਟੇਗਰੀ ਹੈ। ਤਾਂ ਟੋਟਲ 21 ਕੋਡ ਇੱਥੇ ਦੱਸੇ ਗਏ ਨੇ। ਹਾਂਜੀ, ਤਨਖਾਹ ਕਿੰਨੀ ਮਿਲੂਗੀ, ਠੀਕ ਹੈ, ਕਿੰਨੇ ਪੈਸੇ ਮਿਲਣਗੇ? ਤਾਂ ਗਰੁੱਪ C ਦੀ ਪੋਸਟ ਹੈ, ਗਰੁੱਪ C ਦੀ ਪੋਸਟ ਹੈ। ਤਾਂ ਗਰੁੱਪ C ਦੀ ਪੋਸਟ ਤੇ ਜਿਹੜਾ ਇਨੀਸ਼ੀਅਲ ਪੇ ਹੁੰਦਾ ਹੈ, ਯਾਨੀ ਕਿ ਮੁੱਢਲੀ ਤਨਖਾਹ ਤੁਹਾਡੀ ਜਿਹੜੀ ਹੋਊਗੀ ਜਦੋਂ ਤੁਸੀਂ ਜੁਆਇਨ ਕਰੋਗੇ, ਤੁਹਾਨੂੰ ਕਿੰਨੇ ਪੈਸੇ ਮਿਲਣਗੇ? 19,900 ਰੁਪਈਆ, 19,900 ਰੁਪਏ ਤੁਹਾਡਾ ਇਨੀਸ਼ੀਅਲ ਪੇ ਹੋਊਗਾ। ਠੀਕ ਹੈ, ਜਿਹੜਾ ਕਿ ਤੁਹਾਨੂੰ ਇਨੀਸ਼ੀਅਲ ਲੈਵਲ ਤੇ ਮਿਲੂਗਾ, ਇਨੀਸ਼ੀਅਲ ਲੈਵਲ ਤੇ ਤੁਹਾਨੂੰ ਮਿਲਣ ਵਾਲਾ ਇੱਥੇ।
चलो जी अगे देखते हैं। विद्यक योग्यता यानी कि एजुकेशनल क्वालिफिकेशन, कितनी पढ़ाई की होनी चाहिए है, की कुछ होना चाहिए। तो पंजाब सिविल सर्विसिज रूल के अकॉर्डिंगली ਤੁਹਾਡੇ ਕੋਲ एक बैचलर डिग्री यानी कि एक ग्रैजुएशन की डिग्री होनी चाहिए किसी भी फील्ड के, चाहे BA की होवे, चाहे BSc की होवे, BTech की होवे, कोई मैटर नहीं करता। एक ग्रैजुएशन की डिग्री ਤੁਹਾਡੇ ਕੋਲ होनी चाहिए है। इस दे नाल ਤੁਹਾਡੇ ਕੋਲ 120 घंटे का 120 घंटे का कंप्यूटर सर्टिफिकेट होना चाहिए, कंप्यूटर कोर्स का सर्टिफिकेट होना चाहिए। अगर 120 घंटे का सर्टिफिकेट नहीं है तो O लेवल का सर्टिफिकेट होना चाहिए, O लेवल का सर्टिफिकेट होना चाहिए, दैट इज फ्रॉम द डिपार्टमेंट ऑफ इलैक्ट्रॉनिक्स एक्रेडिटेशन ऑफ कंप्यूटर कोर्स ऑफ गवर्नमेंट ऑफ इंडिया। O लेवल का सर्टिफिकेट या फिर 120 घंटे का सर्टिफिकेट, दोनों चो एक चीज होनी चाहिए है। तीजी चीज जी हाँ, तुहानू टाइपिंग भी आंदी होनी चाहिए है, ठीक है। PSSB क्लर्क की वैकेंसी हालांकि जो भी आती है उस ਜਿਹੜਾ टाइपिंग है, क्लर्क की वैकेंसी की गल कर रहे हैं, उस टाइपिंग जरूर मंगी जाती है। तो इत्थे भी मंगी गई है पंजाबी ते इंग्लिश लैवल की टाइपिंग तुहानू आंदी होनी चाहिए, दोनों लैंगुएजेस के टाइपिंग तुहानू आंदी होनी चाहिए है, ठीक है। पंजाबी भी ते इंग्लिश भी, ठीक है। टाइपिंग जिहड़ी होगी क्वालीफाइंग नेचर के ही होगी। इत्थे देख लेने किन्ने मिनट दिते हुए ने, किन्ने मिनट तक का तुसीं इत्थे करना है, ठीक है। हालांकि बेसिकली मेरे अकॉर्डिंगली 30 होगा, हाँ जी आ रहा 30 वर्ड्स पर मिनट, इत्थे लिखा है इंग्लिश के 30 वर्ड्स पर मिनट। ਤੁਹਾਡੇ ਕੋਲ 30 वर्ड्स पर मिनट के हिसाब ਨਾਲ ਤੁਹਾਨੂੰ ਇੱਥੇ लैंगुएज ਜਿਹੜੀ टाइपिंग स्पीड ਜਿਹੜੀ ਹੈ ਤੁਹਾਡੀ ਇੱਥੇ ਹੋਣੀ ਚਾਹੀਦੀ ਹੈ 30 वर्ड्स पर मिनट, ठीक है जी। ਇੱਥੇ ਤੁਹਾਡਾ टाइपिंग स्पीड होना चाहिए। ਤੇ ਪੰਜਾਬੀ ਦੇ ਵਿੱਚ ਵੀ इंग्लिश ਦੇ ਵਿੱਚ ਵੀ। ਪੰਜਾਬੀ ਦੇ ਵਿੱਚ ਜਿਹੜਾ ਫੌਂਟ ਯੂਜ਼ ਹੋਊਗਾ ਡੈਟ ਇਜ਼ ਦਾ यूनिकोड ਕੰਪਲੀਟ ਰਾਵੀ ਫੌਂਟ, ਰਾਵੀ ਫੌਂਟ ਦੇ ਵਿੱਚ ਤੁਹਾਨੂੰ ਇੱਥੇ ਟਾਈਪਿੰਗ ਆਂਦੀ ਹੋਣੀ ਚਾਹੀਦੀ ਹੈ ਰਾਵੀ ਫੌਂਟ ਦੇ ਵਿੱਚ, ठीक है जी। उस तो बाद ਜਿਹੜਾ ਇੱਕ पेपर रिक्रूटमेंट पेपर ਇੱਥੇ ਲਿੱਤਾ ਜਾਊਗਾ ਉਹ ਤੁਸੀਂ ਕੁਆਲੀਫਾਈ ਕਰਨਾ ਜ਼ਰੂਰੀ ਹੋਊਗਾ। उस तो बाद 10वीं पद्धर ते, 10वीं पद्धर ते तुहाडे कोल पंजाबी पास की होनी चाहिए है, ठीक है जी। 10वीं पद्धर ते, 10वीं पद्धर ते तुहाडे कोल पंजाबी पास की होनी चाहिए है, ठीक है जी। तो जिहड़ी तुहाडी एजुकेशनल क्वालीफिकेशन हैगी है कि तुसी ग्रैजुएशन किया होवे, तुसी कंप्यूटर कोर्स किया होवे, ये सारा कुछ तुहाडे कोल 18/11/2021 तो पहला होना चाहिए, क्योंकि 18/11/2021 जिहड़ी हैगी है ये अप्लाई करने की लास्ट डेट है। इस तो पहला तुहाडे कोल सब कुछ होना चाहिए है कि तुसी ग्रैजुएशन कर चुके हुए हो, ठीक है, तुसी कंप्यूटर कोर्स कर चुके हुए हो, ये तुहाडे कोल इस डेट तो पहला दा होना चाहिए, ठीक है जी। डिग्री होनी चाहिए है। उस तो बाद एज फैक्टर की गल करिए तो एज फैक्टर जनरल कैटेगरी के जो एस्पिरेंट है उन्होंने जी एज हैगी है 1/1/2021 सॉरी 1/1/2021 उन्होंने जी एज हैगी 18 साल घट तो घट वध तो वध 37 साल, ठीक है। यानी कि 18 तो 37 के विच जिन्हां दी उम्र हैगी है 1 जनवरी 2021 तो वो इत्थे एलिजिबल ने, उत्थे भर सकते हैं जनरल कैटेगरी। उस तो बाद अगर किसी को कैटेगरी हैगी है, ठीक है, जिहड़े कि अनुसूचित जाति ते पिछड़ी जाति वाले हैगे उन्हां वास्ते 42 साल है मैक्सीमम, मिनीमम तो 18 साल ही है, ठीक है जी। उन्हां वास्ते 42 साल है। बाकी होर कोई कैटेगरी तुहाडे कोल होएगी तो उस दे लई तुहाडे अकॉर्डिंगली तुहानूं मिल जूगा, जिवें कि राज ते सेंट्रल गवर्नमेंट ते स्टेट गवर्नमेंट के जिहड़े कर्मचारी उन्हां वास्ते 45 साल है, ठीक है जी। बाकी तुहानूं इत्थे अपनी अपनी कैटेगरी के अकॉर्डिंगली रिजर्वेशन इत्थे मिल जाऊगा, ठीक है जी। हुण फीस की गल करिए तो जनरल कैटेगरी वास्ते 1000 रुपया, SC BC वास्ते ते EWS 250 रुपया, ठीक है जी। एक्स सर्विसमैन ते सैल्फ डिपेंडेंट वास्ते 200 रुपये, हैंडीकैप्ड वास्ते 500 रुपये। इत्थे एक लाइन ध्यान नाल लिखी हुई है, पढ़ लियो। उम्मीदवार द्वारा एक बार अदा की फीस किसी भी स्थिति में वापस नहीं की जाएगी, यानी कि एक बार पैसे ले ले तो वापस नहीं मंगने, वापस नहीं मिलने वाले, ठीक है। इस चीज़ का ध्यान रखियो। हाँ जी, चोण विधि प्रीख्या संबंधी जानकारी यानी कि सिलेक्शन प्रोसैस पेपर, ठीक है जी। तो इत्थे साफ लिखा हुआ है कि क्लर्क दियां जिहड़ियां जनरल क्लर्क दियां या बेसिकली वैकेंसियां इत्थे कढ़ियां गई IT वालियां भी होण या फिर इत्थे जिहड़ियां तीसरा नोटिफिकेशन इत्थे आया हैगा अकाउंट्स वाला, सारिਆਂ ਲਈ इत्थे एक पेपर लिया जाऊगा। तीनों के ਵੱਖਰੇ ਵੱਖਰੇ पेपर ने क्योंकि आप बाकी एडवरटाइजमेंट की बाद च गल करांगे। तो इत्थे एक पेपर ये वास्ते लिता जाऊगा, ऑब्जेक्टिव टाइप मल्टीपल चॉइस क्वेश्चन पेपर होगा जिहड़ा कि PSSB द्वारा ऑर्गेनाइज किया जाऊगा, ठीक है जी। MCQ बेस्ड एक पेपर, तुहानूं पता जिवें 100-120 नंबर के पेपर होंदे ने उदां ही ऑर्गेनाइज किया जाऊगे। पेपर का पैटर्न जिहड़ा हैगा वो इत्थे अनाउंस नहीं किया गया। पेपर का पैटर्न, पेपर का सिलेबस वो बाद विच PSSB की वैबसाइट पर दस्सिया जाऊगा, इत्थे डिफाइन नहीं किया गया है। इत्थे ये जरूर दस्सिया गया कि हर एक कैंडीडेट नूं चाहे वो किसी भी कैटेगरी का होवे 40% नंबर लैने जरूरी ने। 40% नंबर इत्थे पासिंग मार्क्स डिफाइन किए गए हैं, ठीक है जी। 40% किहदे विच जिहड़ा इत्थे पेपर लिया जाएगा,
ਇੱਥੇ ਸਾਫ਼ ਮੈਂਸ਼ਨ ਹੈ ਕਿ ਲਿਖਤੀ ਪ੍ਰੀਖਿਆ ਵਿੱਚ ਹਰ ਕੈਟੇਗਰੀ ਦੇ ਉਮੀਦਵਾਰ ਲਈ ਪਾਸ ਹੋਣ ਲਈ ਘੱਟੋ ਘੱਟ 40% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਠੀਕ ਹੈ ਜੀ। ਸੌਰੀ। ਉਸ ਤੋਂ ਬਾਅਦ ਜਿਹੜੇ ਟਾਈਪਿੰਗ ਟੈਸਟ ਦੇਣਗੇ, ਠੀਕ ਹੈ ਜੀ, ਟਾਈਪਿੰਗ ਟੈਸਟ ਜਿਨ੍ਹਾਂ ਦੇ 40% ਨੰਬਰ ਆਣਗੇ ਉਸ ਤੋਂ ਉੱਪਰ ਵਾਲੇ ਟਾਈਪਿੰਗ ਟੈਸਟ ਦੇਣਗੇ। ਟਾਈਪਿੰਗ ਟੈਸਟ ਬੇਸਿਕਲੀ ਸਿਰਫ ਟਾਈਪਿੰਗ ਟੈਸਟ ਸਿਰਫ 40% ਨੰਬਰ ਲੈਣ ਵਾਲੇ ਨਹੀਂ, ਜਿਹੜੇ ਕਟ ਆਫ ਕਰੈਕ ਕਰਨਗੇ, ਠੀਕ ਹੈ, ਜਿਨ੍ਹਾਂ ਨੇ ਕਟ ਆਫ ਕਰੈਕ ਕੀਤੀ, ਕਟ ਆਫ ਕਰੈਕ ਕਰਨ ਵਾਲੇ ਟਾਈਪਿੰਗ ਟੈਸਟ ਦੇਣਗੇ। 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ। ਠੀਕ ਹੈ ਜੀ। ਫੋਂਟ ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ, ਰਾਵੀ ਫੋਂਟ ਦੇ ਵਿੱਚ ਇੱਥੇ ਪੰਜਾਬੀ ਟਾਈਪਿੰਗ ਟੈਸਟ ਲਿਆ ਜਾਏਗਾ। ਪੰਜਾਬੀ ਤੇ ਅੰਗਰੇਜ਼ੀ ਦਾ ਜਿਹੜਾ ਟਾਈਪਿੰਗ ਟੈਸਟ ਹੈ ਉਹ ਕੁਆਲੀਫਾਈਂਗ ਹੈ ਨੇਚਰ ਦੇ ਵਿੱਚ। ਠੀਕ ਹੈ ਜੀ। ਇਸ ਦੇ ਨੰਬਰ ਕਾਊਂਟ ਨਹੀਂ ਹੋਣਗੇ, ਸਿਰਫ ਕੁਆਲੀਫਾਈਂਗ ਨੇਚਰ ਦਾ ਹੋਊਗਾ। ਤੁਹਾਡੀ ਜਿਹੜੀ ਮੈਰਿਟ ਲਿਸਟ ਬਣੂਗੀ, ਉਹ ਕੈਂਡੀਡੇਟਸ ਜਿਹੜੇ ਕਿ ਕੁਆਲੀਫਾਈ ਕਰ ਲੈਂਦੇ ਇੰਗਲਿਸ਼ ਤੇ ਪੰਜਾਬੀ ਦਾ ਟੈਸਟ, ਉਹਨਾਂ ਦੀ ਮੈਰਿਟ ਬਣੂਗੀ ਉਹਨਾਂ ਦੇ ਰਿਟਨ ਟੈਸਟ ਦੇ ਨੰਬਰ ਦੇ ਅਕੋਰਡਿੰਗਲੀ। ਤੇ 3 ਗੁਣਾ ਬੱਚੇ ਜਿਹੜੇ ਹੈਗੇ ਆ ਬੁਲਾਏ ਜਾਣਗੇ ਡਾਕੂਮੈਂਟ ਵੈਰੀਫਿਕੇਸ਼ਨ ਲਈ। ਠੀਕ ਹੈ, ਡਾਕੂਮੈਂਟ ਵੈਰੀਫਿਕੇਸ਼ਨ ਲਈ ਇੱਥੇ 3 ਗੁਣਾ ਬੱਚੇ ਜਿਹੜੇ ਹੈਗੇ ਨੇ ਬੁਲਾਏ ਜਾਣਗੇ। ਠੀਕ ਹੈ ਜੀ। ਟਾਈਪ ਟੈਸਟ ਪਾਸ ਉਮੀਦਵਾਰਾਂ ਵਿੱਚੋਂ ਕੁੱਲ ਅਸਾਮੀਆਂ ਤੋਂ 3 ਗੁਣਾ ਜਾਂ ਸਮਰਥ ਅਥਾਰਟੀ ਦੇ ਫੈਸਲੇ ਅਨੁਸਾਰ ਨਿਰਧਾਰਿਤ ਗਿਣਤੀ ਵਿੱਚ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਊਗਾ। ਇੱਥੇ ਸਾਫ਼ ਮੈਂਸ਼ਨ ਕੀਤਾ ਗਿਆ ਜੀ। ਠੀਕ ਹੈ ਜੀ। ਹਾਂਜੀ, ਹੁਣ ਡਿਪੈਂਡ ਕਰਦਾ ਹੈ ਕਿ ਕਿੰਨੇ ਫਾਰਮ ਅਪਲਾਈ ਹੁੰਦੇ ਨੇ। ਅਗਰ ਬਹੁਤ ਜ਼ਿਆਦਾ ਫਾਰਮ ਅਪਲਾਈ ਹੋ ਜਾਂਦੇ ਨੇ, ਡਿਪਾਰਟਮੈਂਟ ਵੱਲੋਂ ਇੱਕੋ ਦਿਨ ਐਗਜ਼ਾਮ ਕੰਡਕਟ ਕਰਵਾਉਣਾ ਮੁਸ਼ਕਿਲ ਹੋ ਜਾਂਦਾ ਹੈ, ਤਾਂ ਇੱਥੇ ਪੇਪਰ ਜਿਹੜਾ ਹੈਗਾ ਡਿਫਰੈਂਟ ਡੇਜ਼ ਡਿਫਰੈਂਟ ਸ਼ਿਫਟਾਂ ਵਿੱਚ ਵੀ ਕਰਾਇਆ ਜਾ ਸਕਦਾ ਹੈ। ਡਿਫਰੈਂਟ ਸ਼ਿਫਟਾਂ ਵਿੱਚ ਪੇਪਰ ਹੋਊਗਾ ਤਾਂ ਕੁਐਸਚਨ ਪੇਪਰ ਦਾ ਚੇਂਜ ਹੋਊਗਾ। ਜਦੋਂ ਕੁਐਸਚਨ ਪੇਪਰ ਚੇਂਜ ਹੁੰਦਾ ਤਾਂ ਪੇਪਰ ਦਾ ਲੈਵਲ ਵੀ ਥੋੜਾ ਬਹੁਤ ਉੱਪਰ ਨੀਚੇ ਹੋ ਜਾਂਦਾ ਹੈ। ਜਦੋਂ ਪੇਪਰ ਦਾ ਲੈਵਲ ਉੱਪਰ ਨੀਚੇ ਹੋਊਗਾ, ਠੀਕ ਹੈ, ਤਾਂ ਕਿਸੇ ਕੈਂਡੀਡੇਟ ਨੂੰ ਸੌਖਾ ਪੇਪਰ ਵੀ ਆ ਜਾਂਦਾ, ਕਿਸੇ ਨੂੰ ਔਖਾ ਵੀ ਆ ਜਾਂਦਾ। ਉਸ ਕੰਡੀਸ਼ਨ ਦੇ ਵਿੱਚ ਹੁੰਦੀ ਹੈ ਨਾਰਮਲਾਈਜੇਸ਼ਨ। ਤਾਂ ਨਾਰਮਲਾਈਜੇਸ਼ਨ ਦਾ ਫਾਰਮੂਲਾ ਇੱਥੇ ਡਿਫਾਈਨ ਕੀਤਾ ਹੋਇਆ ਕਿ ਆਹ ਨਾਰਮਲਾਈਜੇਸ਼ਨ ਦਾ ਫਾਰਮੂਲਾ ਰਹੂਗਾ ਅਗਰ ਨਾਰਮਲਾਈਜੇਸ਼ਨ ਕਰਨ ਦੀ ਲੋੜ ਪੈਂਦੀ ਹੈ ਤਾਂ। ਠੀਕ ਹੈ ਜੀ। ਤਾਂ ਜਿੰਨੇ ਵੀ ਕੈਂਡੀਡੇਟਸ ਨੇ ਸਾਰਾ ਕੁਝ ਮੈਂ ਬੇਸਿਕਲੀ ਦੱਸ ਚੁੱਕਿਆ। ਤੁਸੀਂ PSSB ਦੀ ਵੈਬਸਾਈਟ ਤੇ ਜਾ ਕੇ, ਇਸ ਵੈਬਸਾਈਟ ਤੇ ਜਾ ਕੇ ਅੱਜ ਦੀ ਡੇਟ ਤੋਂ ਲੈ ਕੇ 18 ਨਵੰਬਰ ਤੱਕ ਕਦੀ ਵੀ ਫਾਰਮ ਫਿਲ ਕਰ ਸਕਦੇ ਹੋ। ਲਾਸਟ ਡੇਟ ਤੱਕ ਡਿਪੈਂਡੈਂਟ ਨਾ ਰਹੀਓ, ਬੈਟਰ ਰਹੇਗਾ। ਠੀਕ ਹੈ ਜੀ। ਸ਼ਾਮੀ 5 ਵਜੇ ਤੱਕ ਫਾਰਮ ਫਿਲ ਕਰ ਸਕਦੇ ਹੋ। ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਦੱਸ ਦਿੱਤਾ ਗਿਆ, ਐਗਜ਼ਾਮ ਹੋਏਗਾ। ਠੀਕ ਹੈ। ਐਜੂਕੇਸ਼ਨਲ ਕੁਆਲੀਫਿਕੇਸ਼ਨ ਮੈਂ ਦੱਸ ਚੁੱਕਿਆ। ਟਾਈਪਿੰਗ ਟੈਸਟ ਵੀ ਹੋਊਗਾ ਜਿਹੜਾ ਕਿ ਕੁਆਲੀਫਾਈਂਗ ਹੋਏਗਾ। ਬਾਕੀ ਜਿਹੜਾ ਐਗਜ਼ਾਮ ਪੈਟਰਨ ਹੈ, ਸਿਲੇਬਸ ਹੈ, ਉਹ ਬਾਅਦ ਦੇ ਵਿੱਚ ਡਿਫਾਈਨ ਕੀਤਾ ਜਾਏਗਾ। ਤਾਂ ਵੈਕੈਂਸੀਆਂ ਆ ਚੁੱਕੀਆਂ ਨੇ। ਇੱਕ ਬਹੁਤ ਵਧੀਆ ਮੌਕਾ ਇੱਥੇ ਦੇਖਣ ਨੂੰ ਮਿਲ ਰਿਹਾ ਆ ਚੁੱਕਿਆ ਤੁਹਾਡੇ ਕੋਲ। ਅਪਲਾਈ ਕਰੋ ਤੇ ਆਪਣੀ ਤਿਆਰੀ ਲਈ ਅੱਜ ਹੀ ਲੱਗ ਜਾਓ। ਆਪਣੀ ਤਿਆਰੀ ਲਈ ਅੱਜ ਹੀ ਲੱਗ ਜਾਓ ਤਾਂ ਕਿ ਬੇਸਿਕਲੀ ਤੁਸੀਂ ਜਿਹੜਾ ਹੈਗਾ ਇਸ ਐਗਜ਼ਾਮ ਨੂੰ ਕਰੈਕ ਕਰ ਪਾਓ, ਕਿਉਂਕਿ ਜੌਬ ਦਾ ਜਿਹੜਾ ਸਿਲਸਿਲਾ ਹੈਗਾ ਇਹ ਬਹੁਤ ਜਲਦੀ ਪੂਰਾ ਹੋ ਕੇ ਖਤਮ ਕਰ ਦਿੱਤਾ ਜਾਏਗਾ। ਇਹ ਜਿਹੜਾ ਨੋਟੀਫਿਕੇਸ਼ਨ ਹੈਗਾ ਇਸ ਦੇ ਲਈ ਪ੍ਰਿਪੇਅਰ ਕਰਨ ਲਈ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਮਿਲੂਗਾ, ਮੈਂ ਤੁਹਾਨੂੰ ਦੱਸ ਰਿਹਾ। ਠੀਕ ਹੈ। ਦਸੰਬਰ ਦੇ ਵਿੱਚ ਤੁਸੀਂ ਐਕਸਪੈਕਟ ਕਰ ਸਕਦੇ ਹੋ ਇਸ ਦਾ ਐਗਜ਼ਾਮ। ਜ਼ਿਆਦਾ ਟਾਈਮ ਨਹੀਂ ਮਿਲੂਗਾ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਇਸ ਚੀਜ਼ ਨੂੰ ਖਤਮ ਕਰੂਗੀ। ਇਸ ਚੀਜ਼ ਨੂੰ ਲੈ ਕੇ ਚੱਲਿਓ। ਤਾਂ ਪੇਪਰ ਆ ਚੁੱਕਿਆ ਹੈ। ਹਮੇਸ਼ਾ ਦੀ ਤਰ੍ਹਾਂ ਸਕਸੈਸ ਟਰੀ ਤੁਹਾਡੇ ਨਾਲ ਜੁੜਿਆ ਹੋਇਆ। ਸਕਸੈਸ ਟਰੀ ਤੁਹਾਡੇ ਨਾਲ ਹੀ ਹੈ ਹਰ ਤਰ੍ਹਾਂ ਤੁਹਾਡੀ ਮਦਦ ਕਰਨ ਲਈ। ਕਲਾਸਿਸ ਵੀ ਲੈ ਕੇ ਆਵਾਂਗੇ ਬਹੁਤ ਜਲਦੀ। ਠੀਕ ਹੈ। ਹੋਰ ਅਪਡੇਟਸ ਪਾਉਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਉੱਥੇ ਤੁਹਾਨੂੰ ਵੀਡੀਓਜ਼ ਮਿਲਦੀਆਂ ਰਹਿਣਗੀਆਂ, ਫ੍ਰੀ ਕਲਾਸਿਸ ਵੀ ਮਿਲਦੀਆਂ ਰਹਿਣਗੀਆਂ। ਤੇ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ, ਜਿਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਹੈ। ਉੱਥੇ ਵੀ ਅਪਡੇਟਸ, ਕੁਐਸਚਨਸ, ਡਾਟਾ ਸ਼ੇਅਰ ਹੁੰਦਾ ਰਹਿੰਦਾ। ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ। ਕਲਾਸਿਸ ਦੇ ਲਈ ਜਾਂ ਫਿਰ ਕੋਰਸ ਦੇ ਲਈ ਜਾਂ ਹੋਰ ਕਿਸੇ ਤਰ੍ਹਾਂ ਦੇ ਡਾਊਟਸ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, WhatsApp ਵੀ ਕਰ ਸਕਦੇ ਹੋ ਇਸ ਨੰਬਰ ਤੇ। ਇਸ ਨੰਬਰ ਤੇ ਤੁਸੀਂ ਆਪਣੀ ਕੁਐਰੀ ਲਈ ਕੰਟੈਕਟ ਸਾਨੂੰ ਕਰ ਸਕਦੇ ਹੋ। ਦੈਟ ਇਜ਼ ਦਾ 9353000041। ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਫॉर ਦਾ ਟੈਸਟ ਸੀਰੀਜ਼, ਫॉर ਦਾ ਕੋਰਸ, ਜੋ ਕਿ ਅਸੀਂ ਬਹੁਤ ਜਲਦੀ ਤੁਹਾਡੇ ਲਈ ਲਾਂਚ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਤਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਵੇ, ਘਬਰਾਣਾ ਨਹੀਂ ਹੈ। ਕਮੈਂਟ ਸੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਾਊਟ ਪੁੱਛ ਸਕਦੇ ਹੋ। ਠੀਕ ਹੈ ਜੀ। ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਹੈ। ਰੱਬ ਦੀ ਕਿਰਪਾ ਦੇ ਨਾਲ, ਰੱਬ ਦੀ ਮਿਹਰ ਦੇ ਨਾਲ ਆਪਾਂ ਨੂੰ ਇੱਕ ਹੋਰ ਮੌਕਾ, ਇੱਕ ਹੋਰ ਵਧੀਆ ਵੈਕੈਂਸੀ ਇੱਥੇ 2374 ਪੋਸਟਾਂ ਦੇਖਣ ਨੂੰ ਮਿਲ ਗਈਆਂ ਨੇ। ਠੀਕ ਹੈ। ਤੇ ਜੌਬ ਵੀ ਮਿਲੇਗੀ ਕਿਉਂਕਿ ਵੋਟਾਂ ਨੇ। ਠੀਕ ਹੈ। ਉਹ ਕਹਿੰਦੇ ਨੇ ਨਾ, ਮੱਧ ਪ੍ਰਦੇਸ਼ ਦੇ ਇੱਕ ਬਹੁਤ ਹੀ ਫੇਮਸ ਉਰਦੂ ਦੇ ਸ਼ਾਇਰ ਸੀਗੇ। ਠੀਕ ਹੈ। ਪੰਜਾਬੀ ਦੀ ਕਲਾਸ, ਪੰਜਾਬ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਂ ਉਹਨਾਂ ਦੀ ਗੱਲ ਸੁਣਾ ਰਿਹਾ ਤੁਹਾਨੂੰ, ਬਿਕੋਜ਼ ਜਦੋਂ ਗੱਲ ਚੰਗੀ ਹੋਵੇ, ਠੀਕ ਹੈ, ਤਾਂ ਉਹ ਕਿਸੇ ਵੀ ਦੇਸ਼ ਦੇ ਕਿਸੇ ਵੀ ਭਾਸ਼ਾ ਦੇ ਵਿੱਚ ਹੋਵੇ, ਮੈਟਰ ਨਹੀਂ ਕਰਦੀ। ਠੀਕ ਹੈ। ਇਲੈਕਸ਼ਨ ਨੇ ਪੰਜਾਬ ਦੇ ਵਿੱਚ। ਠੀਕ ਹੈ। ਤਾਂ ਉਹਨਾਂ ਦਾ ਇੱਕ ਰਾਹਤ ਇੰਦੌਰੀ ਸਾਹਿਬ ਦਾ ਇੱਕ ਪੁਆਇੰਟ, 2 ਲਾਈਨਾਂ ਨੇ ਉਹਨਾਂ ਦੀਆਂ, ਗਰੀਬ ਕੀ ਥਾਲੀ में पुलाव आया है क्योंकि मेरे देश में चुनाव आया है। ठीक है। ਤਾਂ ਇਹ ਸਾਡੀ ਥਾਲੀ ਦੇ ਵਿੱਚ ਪੁਲਾਓ ਹੀ ਹੈ, ਸਾਨੂੰ ਜੌਬ ਮਿਲ ਰਹੀ ਹੈ ਕਿਉਂਕਿ ਬੇਰੁਜ਼ਗਾਰ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਹਾਲ। ਠੀਕ ਹੈ ਜੀ। ਤਾਂ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਰਹੋ। ਅੱਜ ਹੀ ਆਪਣੀ ਸਟ੍ਰੈਟਜੀ ਬਣਾਓ, ਇੱਕ ਪਲਾਨ ਬਣਾਓ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਕੰਟੈਕਟ ਮੀ, ਕੰਟੈਕਟ ਅਸ, ਐਂਡ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ।
ਤਾਂ ਇਟਸ ਆਲ ਫॉर ਟੁਡੇ ਨੋਟੀਫਿਕੇਸ਼ਨ। ਥੈਂਕ ਯੂ ਸੋ ਮਚ।